गुरु वाहिगुरु साहिब जी। सलोक महला पंजवा। नरक घोर बहु दुख घने, अकिरत कणा का थान। तिन प्रभ मारे नानका, होए होए मोए हराम। महला पंजवा। अवखद सबे कीतियां ना, निंदक का दारू ना है। आप भुलाए नानका, पच पच जोनी पाए। पौड़ी पंजवी। तुस दिता पूरे सतगुरु, हर धन सच अखुट। सब अंदेसे मिट गए, जम का भाव छुट। काम क्रोध बुराइयां, संग साधु टुट। विन सच्चे दूजा सीवदे, होए मरसन बुट। नानक को गुरु बख्शिया, नामै संग जुट। तू मेरा पिता, तू है मेरा माता। तू मेरा बंदप, तू मेरा व्रत। तू मेरा रखा सबनी थाई। तां भौ किहा काड़ा जियो। परम सत्कारियो ज़ाहरा ज़हूर हाजरा हजूर, सर्व कला भरपूर समर्थ गुरु। लोक परलोक दे रखियक, प्रतख समर्थ गुरु। बख्शिंद पिता, ज्ञान दे सागर। भगतां सतगुरां पट्टां सिखां दी जोत बाणी। धन धन श्री गुरु ग्रंथ साहिब महाराज जी। आद सच जुगाद सच, है भी सच। नानक होसी भी सच। जैसा सतगुरु सुनींदा, तैसो ही मैं डीठ। विछड़िया मेले प्रभु हर दरगे का बसीठ। ऐसे सतगुर दी गोद विच बहन दा महाराज जी ने मुड़ समा बख्शिया। सो कोटान कोट शुकराना सतगुरु जी का करिए। और गुरु तो अरदास करके गुरु को सब तो महंगी वस्तु चीज ना मंग लईए, महाराज नूं ही मंग लईए। और ओदी बख्शिश सारी दुनिया कदमां च होएगी। जिन्हों रब मिल गया, जिन्हों गुरु नानक मिल गया। जे तू मेरा होए रहे, सब जग तेरा होए। सो गुरु महाराज जी मेहर करन। आओ शब्द विचार दे नाल
ਆਪਣੀਆਂ ਮਨਵਿਰਤੀਆਂ ਨੂੰ ਜੋੜੀਏ ਇਕਾਗਰਤਾ ਦੇ ਨਾਲ। ਬਹੁਤ ਪਿਆਰਾ ਸ਼ਬਦ ਹੈ, ਅਲੱਗ-ਅਲੱਗ ਵਿਸ਼ੇ ਹਨ ਸ਼ਬਦ ਦੇ ਵਿੱਚ। ਕੀ ਗੁਰੂ ਪਾਤਸ਼ਾਹ ਸਾਨੂੰ ਗਿਆਨ ਦੇ ਰਹੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 315 ਦੇ ਉੱਪਰ। ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਅਕਿਰਤ ਘਣਾ ਦੇ ਬਾਰੇ ਮਹਾਰਾਜ ਜੀ ਨੇ ਦੱਸਿਆ। ਨਰਕ ਘੋਰ ਬਹੁ ਦੁੱਖ ਘਣੇ। ਮਹਾਰਾਜ ਜੀ ਕਹਿੰਦੇ ਬਈ ਨਰਕਾਂ ਦੇ ਜਿਹੜੇ ਦੁੱਖ ਹੁੰਦੇ ਹਨ ਇਹ ਬਹੁਤ ਸਖਤ, ਬਹੁਤ ਜ਼ਿਆਦਾ ਨਾ ਬਰਦਾਸ਼ਤ ਕਰਨ ਵਾਲੇ ਹੁੰਦੇ ਹਨ। ਪਰ ਇਹ ਜਿਹੜੇ ਏਡੇ ਏਡੇ ਵੱਡੇ ਦੁੱਖ ਜਿਹੜੇ ਨੇ, ਜਿਹੜਾ ਅਕਿਰਤ ਘਰ ਇਨਸਾਨ ਹੁੰਦਾ ਉਹਨੂੰ ਜ਼ਰੂਰ ਲੱਗਦੇ ਆ। ਜਿਵੇਂ ਅਸੀਂ ਅਕਸਰ ਪੰਕਤੀ ਪੜ੍ਹਦੀ ਹੈ, ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਜਾਂ ਇਹ ਵੀ ਪੰਕਤੀ ਪੜ੍ਹਦੀ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ। ਪਿੱਛੇ ਵੀ ਸਰਵਣ ਕਰਵਾਇਆ ਮਹਾਰਾਜ ਜੀ ਨੇ ਵੀ ਪਰਮਾਤਮਾ ਤੋਂ ਮੁਨਕਰ ਹੋਣ ਵਾਲੇ ਦੀ ਅਵਸਥਾ ਜੋ ਬੇਮੁਖ ਹੋ ਜਾਂਦਾ। ਜਿਹੜਾ ਬੇਮੁਖ ਹੋ ਜਾਂਦਾ ਉਹ ਪਰਮਾਤਮਾ ਦੀ ਕਰਨੀ ਨੂੰ, ਕੀਤੀ ਨੂੰ ਯਾਦ ਨਹੀਂ ਰੱਖਦਾ। ਇਸ ਕਰਕੇ ਪਰਮਾਤਮਾ ਤੋਂ ਮੁਨਕਰ ਹੋ ਜਾਂਦਾ, ਬੇਮੁਖ ਹੋ ਜਾਂਦਾ। ਜੋ ਪਰਮਾਤਮਾ ਨੂੰ ਯਾਦ ਕਰਦਾ, ਜੋ ਪਰਮਾਤਮਾ ਨਾਲ ਜੁੜਿਆ ਹੁੰਦਾ, ਉਹ ਪਰਮਾਤਮਾ ਤੋਂ ਬੇਮੁਖ ਹੁੰਦਾ ਹੀ ਨਹੀਂ। ਤੇ ਨੈਚੁਰਲੀ ਹੈ, ਕੁਦਰਤੀ ਹੈ। ਜਿਹੜਾ ਪਰਮ ਪਿਤਾ ਪਰਮਾਤਮਾ ਤੋਂ ਦੂਰ ਹੋਏਗਾ ਉਹ ਹਮੇਸ਼ਾ ਦੁਖੀ ਹੋਏਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸੋ ਇੱਕ ਦੂਰ ਹੋ ਜਾਣਾ, ਇੱਕ ਉਹ ਤੋਂ ਜ਼ਿਆਦਾ ਪਾਪ ਵੀ ਪਰਮਾਤਮਾ ਨੂੰ ਬਿਲਕੁਲ ਭੁੱਲ ਹੀ ਜਾਣਾ। ਹੋਰ ਵੱਡਾ ਪਾਪ ਪਰਮਾਤਮਾ ਤੇ ਸ਼ੱਕ ਕਰਨਾ, ਸੰਸਾ ਕਰਨਾ, ਔਰ ਕਈ ਵਾਰ ਐਡੀ ਵੱਡੀ ਗੱਲ ਕਹਿ ਦੇਣੀ ਕੋਈ ਪਰਮਾਤਮਾ ਪ੍ਰਮੋਤਮਾ ਨਹੀਂ। ਉਹਦੇ ਬਾਰੇ ਫਿਰ ਲਿਖਿਆ, ਜਿਹੜੇ ਇਸ ਤਰ੍ਹਾਂ ਕਹਿੰਦੇ ਆ ਨਾ ਕੋਈ ਪਰਮਾਤਮਾ ਨਹੀਂ, ਮੈਂ ਕਿਸੇ ਪਰਮਾਤਮਾ ਨੂੰ ਨਹੀਂ ਜਾਣਦਾ, ਇਹ ਪਰਮਾਤਮਾ ਦੀਆਂ ਗੱਲਾਂ ਹੀ ਹਨ ਜੋ ਲੋਕ ਕਰਦੇ ਹਨ। ਮੈਂ ਜੋ ਕੁਛ ਬਣਿਆ ਆਪਣੀ ਮਿਹਨਤ ਨਾਲ ਬਣਿਆ, ਮੈਂ ਜੋ ਕੁਛ ਜੋੜਿਆ ਆਪਣੀ ਦੌੜ ਭੱਜ ਕਰਕੇ ਜੋੜਿਆ, ਮੈਂ ਨਹੀਂ ਕਿਸੇ ਪਰਮਾਤਮਾ ਨੂੰ ਜਾਣਦਾ। ਉਹ ਬੰਦਾ ਫਿਰ ਇੱਕ ਅਕਿਰਤ ਘਣ ਦੇ ਰੋਲ ਵਿੱਚ ਆ ਜਾਂਦਾ ਹੈ। ਸਾਹ ਵੀ ਰੱਬ ਦੇ ਦਿੱਤੇ ਹੈ। ਜਿੰਨੇ ਬੱਚੇ ਧਰਤੀ ਤੇ ਜਨਮ ਲੈਂਦੇ ਸਾਰਿਆਂ ਦੇ ਸਾਹ ਨਹੀਂ ਚੱਲਦੇ। ਜੇ ਕਿਸੇ ਨੂੰ ਸਾਹ ਮਿਲੇ ਨੇ ਤੇ ਅੱਜ ਤੱਕ ਚੱਲ ਰਹੇ ਨੇ ਤੇ ਪਰਮੇਸ਼ਰ ਦੀ ਮਿਹਰ ਨਾਲ ਚੱਲ ਰਹੇ ਆ। ਦੁਨੀਆ ਵਿੱਚ ਸਭ ਲੋਕਾਂ ਨੂੰ ਪੂਰਾ ਦਿਮਾਗ, ਪੂਰਾ ਸਹੀ ਸਰੀਰ ਨਹੀਂ ਮਿਲਦਾ। ਜੇ ਕਿਸੇ ਨੂੰ ਮਿਲਿਆ ਹੋਇਆ ਤੇ ਉਹਦੀ ਮਿਹਰ ਕਿਰਪਾ। ਜੇ ਕਿਸੇ ਨੂੰ ਰਹਿਣ ਲਈ ਸੋਹਣਾ ਘਰ, ਉੱਚਾ ਪਦ, ਅਕਲ, ਸੋਚ ਔਰ ਹਰ ਚੀਜ਼ ਵਰਤਨ ਨੂੰ ਮਹਾਰਾਜ ਜੀ ਕਹਿੰਦੇ ਸਭ ਕੁਛ ਦਿੱਤਾ ਹੈ। ਕਦੀ ਵੀ ਭੁੱਲ ਭੁਲੇਖੇ ਵੀ ਨਹੀਂ ਕਹਿ ਦਈ ਵੀ ਇਹ ਮੈਂ ਇਕੱਠਾ ਕੀਤਾ, ਕਿਉਂਕਿ ਇਹ ਵੀ ਦਾਤ ਤੇਰੀ ਦਾਤਾਰ। ਇਕੱਠਾ ਕਰਕੇ ਨਾ ਕਹੀਂ ਇਹ ਮੇਰਾ ਮੇਰਾ। 10 वस्तु ले पाछे पावे, एक वस्त कारण बिकोट गवावे। एक भी ना दे 10 भी हर ले,
तो मूड़ा को कहाँ करे। किधरे अपनी मोहर ला के ना बह जाइए तो मेरा मैं क्यों इस विचों किसी नूं दवां जां परमात्मा दे नां ते लावां। परमात्मा कोलों किहड़ा किसी चीज़ दा घट है। परमात्मा कोलों रुपइयां दा घट है जिहड़े उहनूं रुपये दईए। परमात्मा को कोई कपड़ियां दा घट है उहदे पहन दा ही नहीं। इदां दीयां दलीलां जिहड़ा वो मनमुख बंदा दे दिंदा है। परमात्मा नूं किसी चीज़ की जरूरत नहीं, पर जो रब ने सानू दिता है परमात्मा उहदे विचों कर्म प्रगट करना चाहुंदा है। परमात्मा चाहुंदा है जे तैनू दिल दिता ते तेरा दिल नरम होना चाहिए तां ही ये कर्म करेगा ना। जे तेरा दिल नरम ना होया कठोर होया ते नहीं चंगा काम नहीं करना। कठोर दिल वाला कठोरता नाल पेश आउंदा ते ये नरम कित्थों बनेगा। ज्यों ये कोई संगत करेगा, बाणी पढ़ेगा, किसी गुरमुख की गल सुनेगा, मन जिहड़ा है ये नीवा होएगा। मन भगत जी कहते ने फरीदा मन मैदान कर टोए टिब्बे ला। मन नूं मैदान वांगू साफ उच्चा नीवा टेढ़ा मेढ़ा इनू बिल्कुल बराबर कर। इस संगत विचों हुण परमात्मा नूं साडे किसी रुपये दे नाल कोई लेना देना नहीं। असीं आप अरदासां कर करके अपने काम की पूर्ति करके फिर असीं जाके गुरु घरां च धार्मिक अस्थानां च पैसे चढ़ाउने आ। उदां ते कोई विरला ही है। गुस्ताखी माफ बहुत विरले ने जिहड़े वैसे अपना दसबंध जिहड़ा दिंदे ने, नहीं तो किसी चीज़ नूं मुख रख के ज़्यादा करके भी मेरा ये काम हो गया या मेरा ये काम हो जाए या मेरा ये काम होना चाहिए। तो इस करके दिने तो भी गुरु जिहड़ा है वो आप नहीं खर्चदा। वो गुरु की संगत दे लई लोड़वंद लई किसी गरीब दे लई ही वो खर्चिया जांदा। इस करके परम पिता परमात्मा नूं साडे कोई धन दी किसी पदार्थ की भुख नहीं है, क्योंकि जिसकी वस्त तिस आगे रख वस्तां ओहदियां ही दित्तियां होईयां सानू हन। ओहदी वस्त उहनूं दे के ओहदे ते एहसान नहीं करना, सानू शुकराना करन नूं किहा। वस्त रख के दोनों हत्थां नाल अगे भी कह देना भी महाराज जी ये भी दात तेरी दातार। मतलब कहंदा ये सारियां चीज़ां कर्म बनदियां हन ते कर्म करना सानू साडे गुरां दी बाणी सिखाउंदी है। ते मनुख दा जिहड़ा जीवन है वो फिर गुरमुख वाला हो जाता है। इस दे उल्ट जिहड़ा अकिरत घन मनुख है उन्होंने कर्म की पहचान नहीं होती। उन्होंने इदा लगता है जो कुछ होंदा पिया ना ये मैं सही कर रहा। जे मैं कोई भला काम नहीं करता तो कोई जरूरत नहीं, कोई गल नहीं। वो दूसरे कहेगा कमाओ तो खाओ, वो पुण्यदान की भावना लैके नहीं तुरेगा, वो किसी ते तरस भी नहीं करेगा, वो अपने तो नीवे वाले नूं दबाएगा, वो अपने नीवे वाले ते रोह पाएगा। उहदा इथों तक कि भी शोषण भी कर सकता किसी भी तरह का। अकिरत घन बंदा क्योंकि उहदे अंदर दया निमरता पुण्य वाली भावना नहीं होंदी, कठोरता दे नाल भरिया हुंदा। ऐसा अकिरत घन मनुख साध संगत जी गुरु महाराज जी कहंदे हो बहुत वड्डे दुखां नूं भोगण लई तैयार रहे। नरक घोर बहुत दुख घने अकिरत घना का थान। ये नरक अकिरत घना का घर है जिहड़े भुल चुके हैं। महाराज ने इतों तक गया त्रिग जीवन संसार
ताकि पाछे जीवन, उन्हां दा जीवन जीवन नहीं त्रकार है, त्रिग है, जिहड़े परमात्मा नूं भुल के जीवन बतीत करते हैं। सो तिन प्रभ मारे नानका, होए होए मोए हराम। ऐसे मनुख आत्मक मौत मरदे हैं। शरीर उन्हां दी जिहड़ा शरीर उन्हां दा जिहड़ा ਉਹ ਦਿਸਦਾ ਤੁਰਦਾ ਫਿਰਦਾ ਗੱਡੀਆਂ 'ਚ ਬਹਿੰਦਾ, ਪਰ ਮਹਾਰਾਜ ਜੀ ਕਹਿੰਦੇ ਉਹ ਆਤਮਕ ਮੌਤ ਅੰਦਰੋਂ ਮਤਲਬ ਮਰਨਾ, ਅੰਦਰੋਂ ਦੁਖੀ ਰਹਿਣਾ, ਅੰਦਰੋਂ ਸ਼ਾਂਤ ਨਾ ਹੋਣਾ, ਭੁੱਜਦੇ ਰਹਿਣਾ। ਤਿੰਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੋਏ ਹਰਾਮ। ਉਹ ਆਤਮਕ ਮੌਤ ਮਾਰੇ ਹੋਏ ਖੁਆਰ ਹੁੰਦੇ ਰਹਿੰਦੇ ਹਨ, और कभी भी चैन सुकून की जिंदगी उन्होंने मिलती नहीं। अवखद सभे कीते अन, निंदक का दारू ना है। गुरु अर्जन देव जी फरमान करते हैं, संसार दे विच रब ने बहुत दारू बनाए ने, दवाइयां, हर चीज़ का इलाज बनाया। पर महाराज जी कहते अवखद सभे कीते अन, निंदक का दारू ना है। जिहड़े निंदक ने, जिहड़े अकिरतकन हन जां मनमुख हन, इन्हां दा कोई इलाज नहीं, इन्हां दा कोई इलाज नहीं। तुसी मनमुख नूं कोई गल समझा के देखो, वो साडी अपनी एकाग्रता भी खराब कर दे, इस तरह गलत बोलेगा। इस करके गुरु महाराज जी कहते सब दवाइयाँ बनिया हुई ने, सब इलाज निकले हुए ने, पर निंदक का दारू ना है। निंदक नूं जे कही ना भी तू ये काम छड्ड दे, कहता चल चल अपना काम करो, वो गल छेती मन के राजी नहीं, वो नहीं मनता। ते फिर महाराज जी कहते वो भुले ही रहणगे, वो सही रस्ते नहीं आउणगे। आप भुलाए नानका, पच पच जोनी पाहे। इतिहास विच असीं देखिए जिन्हां ने भी गुरु महाराज जी नाल बहस कीती जां कहिंदे रहे, ते उन्हां ने कदी भी गुरु की खुशी प्राप्त नहीं की। उन्हां दी बुद्धि इदां दी बनाती महाराज जी ने, उन्हां नूं भुलाता सब कुछ। जिंदे कह लीए भी उन्होंने बुद्धि भ्रष्ट करती परमात्मा ने। आप भुलाए नानका, जिन्नू जिहदी मत परमात्मा मार दवे, गुरु मार दवे, तो फिर उन्हें कित्थे सत्संगी सुरखरू होना। आप भुलाए नानका, पच पच जोनी पाहे। ओ मुड़ मुड़ खपदे ने, मरदे ने, आउंदे ने, जांदे ने, जूना दे विच भटकदे हन, क्योंकि जिसनों परमात्मा दी मार, जिसनों परमात्मा दी दया ना मिले। परमात्मा सब ते दया करदा, पर जिवें असीं कल भी सरवण कीता, जदों किसी दे पापां दा घड़ा भर जावे, फिर वो फुटना ही फुटना, और टुटना ही टुटना, की किया जा सकता। पौड़ी पंजवीं, तुस दिता पूरे सतगुरु, हर धन साची अखुट अखुट। गुरु महाराज जी ने कृपा करके सानू मनुखा नूं एक सच्चा नाम मुकण वाला प्रसन्न हो के दिता। तुस दिता पूरे सतगुरु, हर धन सच अखुट अखुट। साडे ते टुट गए, साडे ते प्रसन्न हो के अपना बहुत कीमती नाम दिता है। नाम नूं कीमती असीं तां कहने आ ना, नाम दे विच सत्संग दी हर चीज, हर गुण छुपिया होया। साडे शरीर नाल संबंधित, मन दिल दिमाग आत्मा नाल संबंधित, हर पार्ट नाल संबंधित ज्ञान जिहड़ा है ना, वो गुरु बाणी दे विच छुपिया होया।
ਬੰਦੇ ਨੇ ਜ਼ਿੰਦਗੀ ਵਿੱਚ ਕਿਵੇਂ ਸਫਲਤਾ ਪ੍ਰਾਪਤ ਕਰਨੀ, ਕਿਵੇਂ ਬੋਲਣਾ, ਕਿਵੇਂ ਤੁਰਨਾ, ਕਿਵੇਂ ਚੱਲਣਾ, ਕਿਵੇਂ ਵਰਤਣਾ, ਕੀ ਖਾਣਾ, ਕੀ ਨਹੀਂ ਖਾਣਾ, ਕਿਹਦੇ ਕੋਲ ਬਹਿਣਾ, ਕਿਸੇ ਕੋਲ ਨਹੀਂ ਬਹਿਣਾ, ਇਹ ਸਭ ਕੁਝ ਨਾਮ ਵਿੱਚ ਛੁਪਿਆ। ਤਾਂ ਸਾਨੂੰ ਨਾਮ ਨੂੰ ਸੁਣਨ ਨੂੰ ਕਿਹਾ, ਮੇਰੇ ਮਨ ਨਾਮ ਨਿਤ ਨਿਤ ਲੈ। ਤਾਂ ਹੀ ਸਾਨੂੰ ਵਾਰ-ਵਾਰ ਕਿਹਾ ਵੀ ਵਾਰ-ਵਾਰ ਨਾਮ ਸੁਣੋ, ਇਹਦੇ ਵਿੱਚੋਂ ਕੁਝ ਨਾ ਕੁਝ ਤੁਹਾਨੂੰ ਸਿੱਖਿਆ ਮਿਲਦੀ ਰਹੇਗੀ। ਨਹੀਂ ਤੇ ਆਮ ਕੋਈ ਕਿਸੇ ਕੋਲ ਇੰਨੀ ਸਿਆਣਪ ਨਹੀਂ, ਇੰਨੀ ਜ਼ਿਆਦਾ ਸਿਆਣਪ ਨਹੀਂ। ਜੇ ਕਿਸੇ ਕੋਲ ਸਿਆਣਪ ਹੋਏਗੀ ਵੀ ਨਾ ਤੇ ਉਹਨੂੰ ਗੁਰੂ ਤੋਂ ਹੀ ਆਈ ਹੋਏਗੀ। ਜੇ ਸਾਨੂੰ ਕੋਈ ਚੰਗੀ ਸਲਾਹ ਦੇਵੇਗਾ ਨਾ, ਅਕਲ ਦੀ ਕੋਈ ਗੱਲ ਸਾਨੂੰ ਸਿਖਾਏਗਾ, ਉਹਨੂੰ ਵੀ ਗੁਰੂ ਦੇ ਸ਼ਬਦ ਤੋਂ ਹੀ ਮਿਲੀ ਹੋਏਗੀ। ਇਸ ਕਰਕੇ ਤਾਂ ਸਾਨੂੰ ਬੜਾ ਕੀਮਤੀ ਨਾਮ ਜਿਹੜਾ ਦਿੱਤਾ ਹੋਇਆ, ਤੇ ਇਹਦੇ ਨਾਲ ਮਹਾਰਾਜ ਜੀ ਨੇ ਸਾਨੂੰ ਜੁੜਨ ਨੂੰ ਕਿਹਾ ਵੀ ਅਸੀਂ ਫਿਰ ਭਟਕ ਨਹੀਂ ਸਕਾਂਗੇ, ਅਸੀਂ ਸਿੱਧੇ ਰਾਹ ਆਪਣੀ ਜ਼ਿੰਦਗੀ ਦੇ ਤੁਰਦੇ ਰਵਾਂਗੇ। ਸਭ ਅੰਦੇਸ਼ੇ ਮਿਟ ਗਏ, ਜਮ ਕਾ ਭਉ ਛੁੱਟ। ਸੋ ਜਿਸ ਨੂੰ ਇੰਨਾ ਕੀਮਤੀ ਨਾਮ ਮਿਲਿਆ, ਉਹਦੇ ਸਾਰੇ ਫਿਕਰ, ਅੰਦੇਸ਼ੇ, ਸੰਸੇ, ਜਮ ਕਾ ਭਉ ਛੁੱਟ, ਜਮਾਂ ਦਾ ਡਰ, ਮੌਤ ਦਾ ਡਰ, ਕਿਸੇ ਵੀ ਕਿਸਮ ਦਾ ਡਰ, ਗੁਰੂ ਮਹਾਰਾਜ ਜੀ ਕਹਿੰਦੇ ਉਹ ਦੂਰ ਹੋ ਜਾਂਦਾ। ਕਾਮ ਕ੍ਰੋਧ ਬੁਰਾਈਆਂ ਸੰਗ ਸਾਧੂ ਟੁੱਟ। ਔਰ ਮਨੁੱਖ ਦੇ ਅੰਦਰ ਜਿਹੜੇ ਵਿਕਾਰ ਹਨ, ਬੁਰਾਈਆਂ ਹਨ, ਕ੍ਰੋਧ ਹੈ, ਵਾਸ਼ਨਾ ਹੈ, ਸੋ ਮਹਾਰਾਜ ਜੀ ਕਹਿੰਦੇ ਸਾਧੂਆਂ ਦੀ, ਗੁਰਮੁਖਾਂ ਦੀ ਸੰਗਤ ਕਰਦੇ ਆ, ਇਹ ਸਾਰੇ ਹੀ ਕੱਟੇ ਜਾਂਦੇ ਨੇ, ਟੁੱਟ ਜਾਂਦੇ ਨੇ, ਮੁੱਕ ਜਾਂਦੇ ਹਨ। ਕਾਮ ਕ੍ਰੋਧ ਬੁਰਾਈਆਂ ਸੰਗ ਸਾਧੂ ਟੁੱਟ। ਸਾਧਿਆਂ ਹੋਇਆਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਇਹ ਸਾਰੇ ਪਾਪ ਜੋ ਵੀ ਹੁੰਦੇ ਹਨ, ਜੋ ਵੀ ਸਾਡੇ ਕੋਲੋਂ ਗਲਤੀ ਨਾਲ ਚੀਜ਼ਾਂ ਹੋ ਜਾਂਦੀਆਂ ਹਨ, ਇਹ ਬਖਸ਼ੀਆਂ ਜਾਂਦੀਆਂ ਹਨ, ਇਹ ਕੱਟੀਆਂ ਜਾਂਦੀਆਂ ਹਨ। ਬਿਨ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ। ਸੋ ਗੁਰੂ ਮਹਾਰਾਜ ਜੀ ਕਹਿੰਦੇ ਬਈ ਸੱਚੇ ਹਰੀ ਨੂੰ ਯਾਦ ਕਰਿਆ ਕਰ, ਉਹਦੀ ਪੂਜਾ ਕਰਿਆ ਕਰ, ਉਹਨੂੰ ਹੀ ਸਿਮਰਿਆ ਕਰ। ਔਰ ਦੂਸਰੇ ਹੋਰ ਪਾਸੇ ਕੱਲ ਵੀ ਪੰਕਤੀ ਵਿੱਚ ਆਇਆ ਸੀ ਵੀ ਉਧਰ ਨਿਆਸਰੇ ਹੋ ਕੇ ਇਸ ਸੰਸਾਰ ਤੇ ਨਹੀਂ ਰਹਿਣਾ। ਜਿਹੜਾ ਨਿਆਸਰਿਆਂ ਦਾ ਆਸਰਾ ਹੈ, ਉਹਦਾ ਆਸਰਾ ਲੈ ਕੇ ਅਸੀਂ ਜਿਉਣਾ, ਜਿਹਨੂੰ ਅਸੀਂ ਰੋਜ਼ ਹੀ ਪੜ੍ਹਦੇ ਹਾਂ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ, ਨਾਨਕ ਕਉ ਗੁਰ ਬਖਸ਼ਿਆ ਨਾਮੇ ਸੰਗ ਜੁਟ। ਸੋ ਮਨੁੱਖ ਤੇ ਸਤਿਗੁਰੂ ਨੇ ਕਿਰਪਾ ਕੀਤੀ ਹੈ ਔਰ ਇਸ ਨੂੰ ਬਖਸ਼ਿਆ ਹੋਇਆ, ਬਖਸ਼ਿਸ਼ ਹੈ ਇਸ ਤੇ। ਔਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਪੰਜਵੇਂ ਪਾਤਸ਼ਾਹ, ਨਾਨਕ ਕਉ ਗੁਰ ਬਖਸ਼ਿਆ ਨਾਮੇ ਸੰਗ ਜੁਟ। ਨਾਮ ਦੇ ਨਾਲ ਜੁਟਿਆ ਰਹੋ, ਮਤਲਬ ਨਾਮ ਦੇ ਨਾਲ ਜੁੜਿਆ ਰਹੋ। ਇਹ ਤੇਰੇ ਤੇ ਇੱਕ ਵੱਡੀ ਬਖਸ਼ਿਸ਼ ਹੈ ਔਰ ਆਪਣੇ ਆਪ ਪਤਾ ਲੱਗ ਜਾਏਗਾ ਵੀ ਇਹ ਬਖਸ਼ਿਸ਼ ਕਿਸ ਤਰ੍ਹਾਂ ਹੈ। ਸੋ ਇਸੀ ਅੱਜ ਦੇ ਲੜੀਵਾਰ ਸ਼ਬਦ ਹੀ ਵਿਚਾਰ ਜੋ ਮਹਾਰਾਜ ਜੀ ਨੇ ਮਿਹਰ ਕਿਰਪਾ ਕਰਕੇ ਸੇਵਾ ਲਈ, ਇਸ ਦਾ ਭਾਵ ਅਰਥ ਸਾਡੇ ਹਿਰਦਿਆਂ ਦੇ ਵਿੱਚ ਵਸੇ। ਸਭ ਦਾ ਮਹਾਰਾਜ ਜੀ ਭਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।